क्लास स्टार्ट करते हैं ਅੱਜ ਦਾ ਟੌਪਿਕ ਹੈ ਵੈਸਟੀਜੀਅਲ ਆਰਗਨ। ਵੈਸਟੀਜੀਅਲ ਆਰਗਨ ਕਿਹੜੇ ਵਾਲੇ ਆ? ਉਹ ਆਰਗਨ ਜੋ ਅੱਜ ਤੋਂ ਪਹਿਲਾਂ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਬੋਡੀ ਦੇ ਵਿੱਚ ਫੰਕਸ਼ਨਲ ਸੀ, ਲੇਕਿਨ ਐਵੋਲਿਊਸ਼ਨ ਹੁੰਦੇ ਹੁੰਦੇ ਉਹ ਆਰਗਨ ਜਿਹੜੇ ਆ ਉਹਨਾਂ ਦੀ ਜਿਹੜੀ ਰਿਕੁਆਇਰਮੈਂਟ ਹੈ ਜਾਂ ਆਪਾਂ ਕਹਿ ਸਕਦੇ ਉਹਨਾਂ ਦੀ ਯੂਜ਼ ਨਾ ਹੋਣ ਕਰਕੇ ਉਹ ਕੀ ਹੋ ਗਿਆ ਕਿ ਉਹ ਵਰਕ ਕਰਨਾ ਬੰਦ ਕਰ ਦਿੱਤਾ। ਤਾਂ ਇਹੋ ਜਿਹੇ ਆਰਗਨ ਆਪਾਂ ਕਹਿੰਦੇ ਆ ਵੈਸਟੀਜੀਅਲ ਆਰਗਨ। ਬੋਡੀ ਦੇ ਵਿੱਚ ਅੱਜ ਵੀ ਪ੍ਰੈਜ਼ੈਂਟ ਹੈ, ਲੇਕਿਨ ਉਹਨਾਂ ਦੀ ਵਰਕਿੰਗ ਜਿਹੜੀ ਹੈ ਉਹ ਫੰਕਸ਼ਨ ਨਹੀਂ ਹੈ ਅੱਜ। ਲੇਕਿਨ ਡਿਊਰਿੰਗ ਐਵੋਲਿਊਸ਼ਨ ਕਦੇ ਨਾ ਕਦੇ ਉਹਨਾਂ ਆਰਗਨਸ ਦੀ ਜ਼ਰੂਰਤ ਜ਼ਰੂਰ ਹੋਈ ਹੋਏਗੀ। ਤਾਂ ਇੱਦਾਂ ਦੇ ਜਿਹੜੇ ਆਰਗਨ ਹੋਣਗੇ ਉਹ ਕਿਹੜੇ ਵਾਲੇ ਆ ਆਪਣੇ ਕੋਲ? ਵੈਸਟੀਜੀਅਲ ਆਰਗਨ। ਦਿਸ ਆਰਗਨ ਪ੍ਰੈਜ਼ੈਂਟ ਇਨ ਅ ਰਿਡਿਊਸਡ ਫਾਰਮ and do not perform any function in a body but are function in a related animal। ਤਾਂ ਆਪਣਾ ਰਿਲੇਟਡ ਐਨੀਮਲ ਜਿਸ ਤੋਂ ਐਵੋਲਿਊਸ਼ਨ ਹੋਈ ਹੈ ਤਾਂ ਉਸ ਤਰ੍ਹਾਂ ਉਹਨਾਂ ਦੇ ਵਿੱਚ ਸਟਿਲ ਕੇਵਲ ਆਰਗਨ ਕੀ ਕਰ ਰਹੇ ਹੋਣਗੇ? ਪਰਫਾਰਮ ਕਰ ਰਹੇ ਹੋਣਗੇ, ਫੰਕਸ਼ਨਲ ਹੋਣਗੇ। ਲੇਕਿਨ ਜੋ ਇਵੋਲਵਡ ਹੋ ਗਏ ਅੱਗੇ ਉਹਨਾਂ ਦੇ ਵਿੱਚ ਐਗਜ਼ਿਸਟੈਂਸ ਹੈ ਅਜੇ ਤੱਕ ਵੀ ਉਸ ਆਰਗਨ ਦੀ, ਲੇਕਿਨ ਕੀ ਹੈ ਕਿ ਉਹ ਫੰਕਸ਼ਨਲ ਨਹੀਂ ਰਹੇ ਜੋ ਨਿਊ ਵਾਲੇ ਸਪੀਸੀਜ਼ ਬਣੇ। ਤਾਂ ਇੱਦਾਂ ਹਿਊਮਨ ਦੇ ਵਿੱਚ ਔਰ ਇੱਕ ਬਹੁਤ ਵਧੀਆ ਥਿਊਰੀ ਦੇਈ ਸੀ ਲੈਮਾਰਕ ਨੇ। ਉਹਨੇ ਕਿਹਾ ਸੀ ਵੈਸਟੀਜੀਅਲ ਆਰਗਨ ਐਗਜ਼ਾਮਪਲ ਕਹਿੰਦੀ ਹੈ ਐਵੋਲਿਊਸ਼ਨ। example of evolution and can be explained by the Lamarckism। ਇਹਦੇ ਵਿੱਚ theory of inheritance of acquired character ਆਪਾਂ ਕਰਾਂਗੇ ਅੱਗੇ ਸਾਰੀਆਂ theories। ਲੈਮਾਰਕ ਨੇ ਦਿੱਤੀ theory of inheritance of acquired character। acquired character ਤੋਂ ਆਪਾਂ ਨੂੰ ਕੀ ਚੀਜ਼ ਸਮਝ ਆ ਰਹੀ ਹੈ ਕਿ ਜੋ ਆਪਾਂ ਨੂੰ ਜ਼ਰੂਰਤ ਸੀ ਉਹ ਆਪਾਂ ਕਰੈਕਟਰ ਅਕਵਾਇਰ ਕਰ ਲਿਓ, ਜੋ ਚੀਜ਼ਾਂ ਆਪਾਂ ਨੂੰ ਨਹੀਂ ਚਾਹੀਦੀਆਂ ਸੀ ਤਾਂ ਆਪਾਂ ਡਿਸਯੂਜ਼ ਕਰ ਦਿੱਤੇ, ਆਪਾਂ ਉਹ ਵਾਲੀ ਆਰਗਨ ਨੂੰ ਯੂਜ਼ ਹੀ ਨਹੀਂ ਕਰਿਆ। ਤਾਂ ਜੋ ਆਪਣਾ ਕਰੈਕਟਰ ਚਾਹੀਦੇ ਸੀ ਆਪਾਂ ਜਸਟ ਉਹ ਚੀਜ਼ਾਂ ਯੂਜ਼ ਕਰਿਆ ਔਰ ਉਹ ਵਾਲੇ ਜਿਹੜੇ ਆਰਗਨ ਸੀ ਉਹ ਬਹੁਤ ਵਧੀਆ ਤਰ੍ਹਾਂ ਫੰਕਸ਼ਨ ਕਰਨ ਲੱਗ ਗਏ, ਲੇਕਿਨ ਜਿਨ੍ਹਾਂ ਦੀ ਆਪਾਂ ਵਰਤੋਂ ਨਹੀਂ ਕਰੀ ਉਹ ਵਾਲੇ ਕੀ ਹੋ ਗਏ ਆਰਗਨ? ਉਹ ਵੈਸਟੀਜੀਅਲ ਆਰਗਨ ਦੀ ਤਰ੍ਹਾਂ ਹੋ ਗਏ ਔਰ ਉਹ ਕੀ ਹੋ ਗਏ? ਨਾਨ ਫੰਕਸ਼ਨਲ ਹੋ ਗਏ। ਇੱਦਾਂ ਹਿਊਮਨ ਬੋਡੀ ਦੇ ਵਿੱਚ 180 ਵੈਸਟੀਜੀਅਲ ਆਰਗਨ ਹੈ ਜੋ ਸਟਿਲ ਪ੍ਰੈਜ਼ੈਂਟ ਹੈ। ਹਿਊਮਨ ਬੋਡੀ ਦੇ ਵਿੱਚ 180 ਵੈਸਟੀਜੀਅਲ ਆਰਗਨ ਪ੍ਰੈਜ਼ੈਂਟ ਹੈ। ਐਗਜ਼ਾਮਪਲ ਨਿਕਟੇਟਿੰਗ ਮੈਂਬਰਨ, ਮਸਲ ਆਫ ਪਿੰਨਾ ਜੋ ਆਪਣੇ ਈਅਰ ਦਾ ਆਪਣੇ ਬਾਹਰਲੀ ਸਾਈਡ ਆ, ਤਾਂ ਇਹ ਕਿਹੜੇ ਵਾਲਾ ਹੈਗਾ? ਮਸਕੂਲਰ ਪਿੰਨਾ। ਵਰਮੀਫਾਰਮ ਅਪੈਂਡਿਕਸ, ਅਪੈਂਡਿਕਸ ਸਿਕਮ ਦੇ ਨਾਲ ਜੋ ਅਟੈਚ ਹੁੰਦੀ ਹੈ ਉਹ ਵਾਲੀ। ਫੋਕਿਕਸ, ਕੈਨਾਈਨ ਟੀਥ, ਥਰਡ ਮੋਲਰ ਇਹਨੂੰ ਵਿਜ਼ਡਮ ਟੀਥ ਕਹਿੰਦੇ ਆ। ਬੋਡੀ ਹੇਅਰ, ਨਿਪਲਸ ਇਨ ਅ ਮੇਲ, ਸੈਗਮੈਂਟਡ ਮਸਲ ਆਫ ਐਬਡੋਮਨ। ਤਾਂ ਇਹ ਸਾਰੇ ਜਿਹੜੇ ਐਗਜ਼ਾਮਪਲਸ ਦੇ ਰੱਖੀਆਂ ਇਹ ਵੈਸਟੀਜੀਅਲ ਆਰਗਨ ਹੈ ਜੋ ਬੋਡੀ ਦੇ ਵਿੱਚ ਸਟਿਲ ਤਾਂ ਪ੍ਰੈਜ਼ੈਂਟ ਹੈ, ਲੇਕਿਨ ਇਹਨਾਂ ਦੇ ਵਰਕ ਜਿਹੜੇ ਆ ਉਹ ਕੇਵਲ ਨਾਂ ਦੇ ਮਾਤਰ ਹੀ ਰਿਡਿਊਸ ਹੋ ਚੁੱਕੇ ਆ ਔਰ ਇਹਨਾਂ ਦੇ ਵਰਕ ਉਨਾ ਜ਼ਿਆਦਾ ਨਹੀਂ ਹੈ। ਨੈਕਸਟ vestigial organ in other animals, hind limb and pelvic girdle of python, wings of a flightless bird such as ostrich, emu, kiwi, dodo, reha। ਡੋਡੋ ਇਹ ਇੱਕ ਰਿਸੈਂਟਲੀ ਐਕਸਟਿੰਕਟ ਹੋਇਆ ਬਰਡ ਹੈ, ਤਾਂ ਯਾਦ ਰੱਖ ਲੈਣਾ ਡੋਡੋ। ਡੋਡੋ ਰਿਸੈਂਟਲੀ ਐਕਸਟਿੰਕਟ ਹੋਇਆ ਬਰਡ ਹੈ ਜੋ ਕਿ ਫਲਾਈਟਲੈਸ ਸੀ, ਫਲਾਈਟਲੈਸ ਹੈ, ਲੇਕਿਨ ਇਹਨਾਂ ਦੇ ਵਿੰਗ ਸਟਿਲ ਪ੍ਰੈਜ਼ੈਂਟ ਹੈ। ਤਾਂ ਇਹ ਵਾਲੇ ਜਿਹੜੇ ਹੈਗੇ ਇਹ ਬਰਡ ਆ ਜਿਨ੍ਹਾਂ ਦੇ ਵੈਸਟੀਜੀਅਲ ਆਰਗਨ ਜਿਹੜੇ ਆ ਉਹਨਾਂ ਦੇ ਵਿੰਗ ਹੈ, ਲੇਕਿਨ ਇਹ ਫਲਾਈਟਲੈਸ ਹੈ। ਆਈਜ਼ ਆਫ ਡੀਪ ਸੀ ਫਿਸ਼ਸ, ਸਪਲਿੰਟ ਬੋਨ ਇਨ ਫੀਟ ਆਫ ਹੋਰਸ। ਸਪਲਿੰਟ ਬੋਨਸ ਆਪਾਂ ਕਰੀਆਂ ਜੋ ਆਪਾਂ ਹੋਰਸ ਦੀ ਐਵੋਲਿਊਸ਼ਨ ਕਰੀ ਆ, ਤਾਂ ਉਹਨਾਂ ਦੇ ਜਿਹੜੇ ਕੀ ਆ ਇੱਕ ਬਿਲਕੁਲ ਸਮੋਲਰ ਤੋਂ ਲੈ ਕੇ ਆਪਾਂ ਉਹਨਾਂ ਦੇ ਟਾਲ ਹੋਰਸ ਜੋ ਬਿਲਕੁਲ ਇਵੋਲਵਡ ਹੋ ਚੁੱਕੇ ਆ ਮਾਡਰਨ ਹੋਰਸ ਤੱਕ ਆਪਾਂ ਗਏ ਸੀ। ਤਾਂ ਉਹਨਾਂ ਦੇ ਤੁਸੀਂ ਫੀਟ ਦੇ ਜਿਹੜੀਆਂ ਬੋਨਸ ਹੈਗੀਆਂ ਸਪਲਿੰਟ ਬੋਨਸ ਉਹਨਾਂ ਨੂੰ ਦੇਖਿਆ ਤਾਂ ਉਹਨਾਂ ਦੇ ਵਿੱਚ ਸਟਿਲ ਸੈਕਿੰਡ ਤੇ ਫੋਰਥ ਫਿੰਗਰ ਪ੍ਰੈਜ਼ੈਂਟ ਹੁੰਦੀ ਹੈ, ਜਿਹੜੀ ਇੱਕ ਤਰ੍ਹਾਂ ਦੀ ਕੀ ਆ ਉਹਨਾਂ ਦੇ ਵੈਸਟੀਜੀਅਲ ਆਰਗਨ ਦੀ ਇੱਕ ਐਗਜ਼ਾਮਪਲ। ਨੈਕਸਟ ਹੈ ਆਪਣੇ ਕੋਲ ਐਵੀਡੈਂਸ ਫਰੋਮ ਐਟੇਵਿਜ਼ਮ ਜਾਂ ਰਿਵਰਸ਼ਨ।
ਐਟੇਵਿਜ਼ਮ ਜਾਂ ਰਿਵਰਸ਼ਨ ਕੀ ਹੁੰਦਾ, ਜਦੋਂ ਕਿ ਨਿਊ ਬੋਰਨ ਬੇਬੀ ਹੋਏਗਾ ਤਾਂ ਉਸ ਦੇ ਵਿੱਚ ਉਹਨਾਂ ਦੇ ਅਨਸੈਸਟਰ ਦੇ ਕੋਈ ਏਦਾਂ ਦੇ ਬੋਡੀ ਪਾਰਟਸ ਜਾਂ ਔਰਗਨ ਦਾ ਅਚਾਨਕ ਤੋਂ ਪ੍ਰੈਜ਼ੈਂਟ ਹੋਣਾ, ਉਸ ਚੀਜ਼ ਨੂੰ ਆਪਾਂ ਕਹਿੰਦੇ ਐਟੇਵਿਜ਼ਮ। ਜੇ ਬਹੁਤ ਸਾਰੇ ਐਗਜ਼ਾਮਪਲਸ ਹੋਣ, ਜਿੱਦਾਂ ਬੇਬੀ ਜਦੋਂ ਬੋਰਨ ਹੁੰਦਾ ਤਾਂ ਉਹਨਾਂ ਦਾ ਦੇਖਣ ਨੂੰ ਆਪਾਂ ਨੂੰ ਟੇਲ ਮਿਲਦੀ ਹੈ, ਤੇ ਟੇਲ ਜਿਹੜੀ ਹੈ ਇੱਕ ਐਟੇਵਿਜ਼ਮ ਦੀ ਐਗਜ਼ਾਮਪਲ ਹੈ ਕਿ ਅਚਾਨਕ ਤੋਂ, ਪਹਿਲਾਂ ਨਹੀਂ ਸੀ ਲੇਕਿਨ ਅਚਾਨਕ ਤੋਂ ਕਿਸੇ ਬੇਬੀ ਦੇ ਬਰਥ ਦੇ ਦੌਰਾਨ ਕੀ ਹੈ, ਟੇਲ ਹੈ। ਜਦੋਂ ਉਹਨਾਂ ਐਮਬ੍ਰਿਓਨਿਕ ਸਟੇਜ ਸੀ ਤਾਂ ਟੇਲ ਉਸ ਦੀ ਕੀ ਹੋ ਗਈ ਹੈ, ਡਿਵੈਲਪ ਹੋ ਗਈ। ਟੇਲ ਡਿਵੈਲਪ ਹੋਣ ਦਾ ਕਾਰਨ ਇਹ ਹੈ ਕਿ ਕਿਤੇ ਨਾ ਕਿਤੇ ਉਹਨਾਂ ਦੇ ਜੋ ਪਹਿਲਾਂ ਜਿੱਥੇ ਇਵੋਲਵਡ ਹੋਏ ਹੈ ਤਾਂ ਉਹ ਵਾਲੀ ਕੋਈ ਚੀਜ਼ ਡੋਮੀਨੇਟ ਕਰ ਗਈ ਔਰ ਟੇਲ ਦੀ ਐਗਜ਼ਿਸਟੈਂਸ ਹੋ ਗਈ ਹੈ। ਏਦਾਂ ਹੀ cervical fistula resulting from a persistent pharyngeal slit। pharyngeal slit ਦਾ present ਹੋਣਾ, ਇਹ ਵੀ ਕਿਹਦੀ ਐਗਜ਼ਾਮਪਲ ਹੈ, pharyngeal slit, ਇਹ ਐਟੇਵਿਜ਼ਮ ਦੀ ਹੈ। ਲਾਸਟ ਦੇ ਰੱਖਿਆ ਆਪਣੇ ਕੋਲ rudimentary gill slit ਦਾ present ਹੋਣਾ, ਇਹ ਵੀ ਕੀ ਹੈ, ਇੱਕ ਆਪਣੇ ancestor ਤੋਂ ਹੀ ਜਿੱਦਾਂ ਆਪਾਂ ਇਵੋਲਵਡ ਹੋਏ ਆ ਤਾਂ ਉਹ ਚੀਜ਼ਾਂ ਦਾ ਕੀ ਆ, ਅਚਾਨਕ ਤੋਂ ਫਿਰ ਤੋਂ ਇੱਕ ਵਾਰ ਪ੍ਰੈਜ਼ੈਂਟ ਹੋਣਾ ਬੋਡੀ ਦੇ ਉੱਪਰ, ਤਾਂ ਇੱਕ ਐਗਜ਼ਾਮਪਲ ਹੈ ਐਟੇਵਿਜ਼ਮ ਦੀ। ਏਦਾਂ ਹੀ ਫੀਮੇਲ ਦੇ ਵਿੱਚ ਜਿਹੜੇ ਮੋਰ ਦੈਨ 2 ਨਿਪਲਸ ਦਾ ਐਗਜ਼ਿਸਟੈਂਸ ਹੋਣਾ, ਦੇਖੋ ਐਕਸਿਲਰੀ ਨਿਪਲ, ਥੋਰੈਟਿਕ ਨਿਪਲ, ਐਬਡੋਮੀਨਲ ਨਿਪਲ, ਜਿੱਦਾਂ ਆਪਾਂ ਦੇਖਦੇ ਹਾਂ ਐਨੀਮਲਸ ਦੇ ਵਿੱਚ, ਉੱਦਾਂ ਹੀ ਫੀਮੇਲ ਦੇ ਵਿੱਚ ਐਕਸੈਸ ਦੇ ਵਿੱਚ ਨਿਪਲਸ ਦਾ ਪ੍ਰੈਜ਼ੈਂਟ ਹੋਣਾ, ਇਹ ਵੀ ਐਟੇਵਿਜ਼ਮ ਦਾ ਹੀ ਇੱਕ ਐਗਜ਼ਾਮਪਲ ਹੈ। ਔਰ ਬੋਡੀ ਦੇ ਉੱਪਰ ਹੇਅਰ ਆ ਜਾਣਾ, ਥਿਕ ਹੇਅਰ ਔਨ ਬੋਡੀ, ਤਾਂ ਇਹ ਵੀ ਕਿਹਦੀ ਐਗਜ਼ਾਮਪਲ ਆਪਣੇ ਕੋਲ, ਐਟੇਵਿਜ਼ਮ। ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਨੂੰ ਦੇਖਣ ਨੂੰ ਮਿਲਦੀਆਂ, ਇਹ ਸਾਰੀਆਂ ਐਗਜ਼ਾਮਪਲ ਐਟੇਵਿਜ਼ਮ ਦੀਆਂ। ਸਟਿਲ ਸਮ ਟਾਈਮ ਇਹ ਚੀਜ਼ਾਂ ਹੋ ਜਾਂਦੀਆਂ, ਜਦੋਂ ਕਿ ਬੋਰਨ ਹੁੰਦਾ ਬੇਬੀ ਤਾਂ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ, ਤੇ ਇਹ ਐਗਜ਼ਾਮਪਲ ਹੈ ਐਟੇਵਿਜ਼ਮ ਦੀ। ਅਚਾਨਕ ਤੋਂ ਵੀ ਕੋਈ ਕੋਲਡ ਵਾਲਾ ਕਰੈਕਟਰ ਫਿਰ ਤੋਂ ਕਿਸੇ ਬੇਬੀ ਜਾਂ ਕਿਸੇ ਇੰਡੀਵਿਜੂਅਲ ਤੇ ਪ੍ਰੈਜ਼ੈਂਟ ਹੋਣਾ, ਤਾਂ ਇਸ ਚੀਜ਼ ਨੂੰ ਆਪਾਂ ਕਹਿੰਦੇ ਆ ਐਟੇਵਿਜ਼ਮ। ਤਾਂ ਆਲਰੇਡੀ ਸਭ ਦੇ ਰੱਖਿਆ, ਕੈਨਾਈਨ ਐਕਸਟਰਾ ਲੌਂਗ ਐਂਡ ਪੁਆਇੰਟਡ ਕੈਨਾਈਨ ਟੀਥ ਜਿਹੜੇ ਆ ਆਪਾਂ ਦੇਖਦੇ ਆ ਕਾਰਨੀਵੋਰ ਦੇ ਵਿੱਚ ਹੁੰਦੇ ਆ, ਜਦੋਂ ਕੀ ਆ ਔਰ ਸਟਿਲ ਆਪਣੇ ਅੰਦਰ ਵੀ ਇਹ ਚੀਜ਼ਾਂ ਪ੍ਰੈਜ਼ੈਂਟ ਹੋ ਜਾਂਦੀਆਂ। ਤਾਂ ਕੈਨਾਈਨ ਟੀਥ ਕਿਸ ਲਈ ਵਰਤੇ ਜਾਂਦੇ, ਮੋਸਟਲੀ ਐਨੀਮਲ ਜਿਹੜੇ ਹੁੰਦੇ ਆ ਉਹ ਮਾਸ ਨੂੰ ਖਾਣ ਲਈ ਵਰਤਦੇ ਆ। ਜਦੋਂ ਫਲੈਸ਼ ਹੁੰਦੀ ਆ, ਹਾਰਡ ਫਲੈਸ਼ ਨੂੰ ਉਧੇੜਨ ਲਈ ਯੂਜ਼ ਕਰਦੇ ਆ ਕੈਨਾਈਨ ਟੀਥ। ਤਾਂ ਇਹ ਪ੍ਰੈਜ਼ੈਂਟ, ਅਚਾਨਕ ਤੋਂ ਪ੍ਰੈਜ਼ੈਂਟ ਹੋ ਜਾਣਾ, ਤਾਂ ਇੱਕ ਇਹਦੀ ਐਗਜ਼ਾਮਪਲ ਹੈ ਐਟੇਵਿਜ਼ਮ ਦੀ। ਫੰਕਸ਼ਨ ਔਰੀਕੂਲਰ ਪਿੰਨਾ ਮਸਲਸ, ਲੌਂਗ ਐਂਡ ਥਿਕ ਬੋਡੀ ਹੇਅਰ, ਇਹ ਸਭ ਆਪਣੇ ਕੋਲ ਜੋ ਚੀਜ਼ਾਂ ਦੇ ਰੱਖੀਆਂ ਐਟੇਵਿਜ਼ਮ ਦੀ ਐਗਜ਼ਾਮਪਲ ਆ। ਪੁੱਛ ਸਕਦੇ ਆ 3-4 ਆਪਸ਼ਨ ਦੇਖ ਕੇ, ਵਿਚ ਆਫ ਦੀ ਫਾਲੋਇੰਗ ਇਜ਼ ਐਗਜ਼ਾਮਪਲ ਆਫ ਐਟੇਵਿਜ਼ਮ ਜਾਂ ਰਿਵਰਸਨ। ਤਾਂ ਤੁਸੀਂ ਯਾਦ ਰੱਖਣਾ ਐਟੇਵਿਜ਼ਮ, ਵੈਸਟੀਜੀਅਲ ਔਰਗਨ, ਇਹ ਚੀਜ਼ਾਂ ਯਾਦ ਰੱਖਣੀ ਕਿ ਹਿਊਮਨ ਦੇ ਵਿੱਚ ਕਿਹੜੇ ਕਿਹੜੇ ਵਰਤੇ ਹੈਗੀਆਂ। ਨੈਕਸਟ ਹੈ ਐਵੀਡੈਂਸ ਫਰੋਮ ਕਨੈਕਟਿਵ ਲਿੰਕਸ, ਇੰਪੋਰਟੈਂਟ ਹੈ, ਹਰ ਵਾਰ ਇੱਕ ਕੁਐਸਚਨ ਹੈ ਤਾਂ ਪੱਕਾ ਹੀ ਹੈ ਆਹ ਵਾਲੇ ਟੌਪਿਕ ਵਿੱਚੋਂ, ਕਨੈਕਟਿਵ ਲਿੰਕ ਜਿਹੜੇ ਹੋਣਗੇ। ਵਾਇਰਸ ਕਿਹਦੇ ਵਿੱਚ ਲਿੰਕ ਹੈ, ਲਿਵਿੰਗ ਐਂਡ ਨੋਨ ਲਿਵਿੰਗ ਦੇ ਵਿੱਚ। ਵਾਇਰਸ ਦਾ ਲਿੰਕ, ਵਾਇਰਸ ਜੋ ਇੱਕ ਇਹ ਲਿੰਕ ਹੈ ਤੇ ਕਿਹਦੇ ਕਿਹਦੇ ਵਿੱਚ ਲਿੰਕ ਹੈ, ਲਿਵਿੰਗ ਐਂਡ ਨੋਨ ਲਿਵਿੰਗ ਆਰਗੇਨਿਜ਼ਮ ਦੇ ਵਿੱਚ। ਨੈਕਸਟ ਹੈ ਯੂਗਲੀਨਾ, ਯੂਗਲੀਨਾ ਹੈ ਲਿੰਕ ਪਲਾਂਟਸ ਐਂਡ ਐਨੀਮਲ ਦੇ ਵਿੱਚ। ਯੂਗਲੀਨਾ ਕਿਹਦੇ ਵਿੱਚ ਲਿੰਕ ਹੈ, ਪਲਾਂਟਸ ਐਂਡ ਐਨੀਮਲ ਦੇ ਵਿਚਕਾਰ। ਯੂਗਲੀਨਾ ਇੱਕ ਤਰ੍ਹਾਂ ਦਾ ਖੁਦ ਪ੍ਰੋਟੋਜੋਆ ਹੈ। ਯੂਗਲੀਨਾ ਕੀ ਹੈ, ਪ੍ਰੋਟੋਜੋਨਸ ਹੈ, ਪ੍ਰੋਟੋਜੋਨ। ਤੇ ਪ੍ਰੋਟੋਜੋਨਸ ਦੀ ਕੈਟਾਗਰੀ ਦੇ ਵਿੱਚ ਯੂਗਲੀਨਾ, ਤੇ ਯੂਗਲੀਨਾ ਇਦਾਂ ਦੇ ਪ੍ਰੋਟੋਜੋਨਸ ਕੀ ਆ, ਪ੍ਰੋਟੋਜੋਨਸ ਇਦਾਂ ਦੇ ਆਪਾਂ ਕਹਿ ਸਕਦੇ ਹਾਂ ਆਰਗੇਨਿਜ਼ਮ ਹੈ, ਇੱਕ ਇਦਾਂ ਦੇ ਆਰਗੇਨਾਈਜੇਸ਼ਨ ਹੈ ਜਿਹੜੇ ਪਲਾਂਟ ਐਂਡ ਐਨੀਮਲ ਵਾਲੇ ਕਰੈਕਟਰ ਨੂੰ ਅਕਵਾਇਰ ਕਰਦਾ, ਦੋਨੋਂ ਤਰ੍ਹਾਂ ਦੇ ਹੀ ਕਰੈਕਟਰ ਇਸ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਆ। ਤੇ ਇਸ ਲਈ ਯੂਗਲੀਨਾ ਜਿਹੜਾ ਇਹ ਇੱਕ ਖਾਸ ਤਰ੍ਹਾਂ ਦਾ ਰਹਿ ਜਾਂਦਾ ਪ੍ਰੋਟੋਜੋਨਸ ਦੇ ਵਿੱਚ, ਜਿਹਦੇ ਕੋਲ ਪਲਾਂਟ ਐਂਡ ਐਨੀਮਲ ਦੇ ਕਰੈਕਟਰ ਬਹੁਤ ਜ਼ਿਆਦਾ ਮੌਜੂਦ ਹੁੰਦੇ ਆ। ਤੇ ਇਸ ਲਈ ਆਪਾਂ ਕੀ ਹੈ, ਸਮ ਇਸਦੇ ਕਰੈਕਟਰ ਹੋਣਗੇ ਜੋ ਐਨੀਮਲ ਤਰ੍ਹਾਂ ਬਿਹੇਵ ਕਰਨਗੇ, ਔਰ ਸਮ ਕਰੈਕਟਰ ਹੋਣਗੇ ਇਹ ਪਲਾਂਟਸ ਤਰ੍ਹਾਂ ਐਗਜ਼ਿਸਟ ਕਰਨਗੇ। ਇਸ ਦੇ ਵਿੱਚ ਯੂਗਲੀਨਾ ਦੇ ਵਿੱਚ ਫੋਟੋਸਿੰਥੇਸਿਸ ਕਰਨ ਲਈ ਇਸ ਦੇ ਵਿੱਚ ਖਾਸ ਤਰ੍ਹਾਂ ਦੇ ਪਿਗਮੈਂਟੇਸ਼ਨ ਆ ਜਾਂਦੀ ਹੈ, ਜਿਸ ਲਈ ਆਪਾਂ ਕਹਿੰਦੇ ਹਾਂ ਪਲਾਂਟ ਵਾਲੇ ਕਰੈਕਟਰ ਆ ਜਾਂਦੇ ਔਰ ਐਨੀਮਲ ਵਾਲੇ ਕਰੈਕਟਰ ਵੀ ਹੁੰਦੇ। ਨੈਕਸਟ ਹੈ ਪਟੇਰੋ
प्रोटेरोस्पंजिया। प्रो तो अपन प्रोटोजोन्स याद रखना, स्पंजिया पोरीफेरा ਦੇ ਵਿੱਚ ਆਏਗਾ। ਤਾਂ ਪ੍ਰੋਟੋਜੋਨ ਐਂਡ ਪੋਰੀਫੇਰਾ, ਪ੍ਰੋਟੋਜੋਨਸ ਤਾਂ ਆਲਰੇਡੀ ਕੈਟਾਗਰੀ ਇੱਕ ਅਲੱਗ ਤੋਂ ਆਰਗੇਨਾਈਜੇਸ਼ਨ ਹੈ ਆਰਗੇਨਿਜ਼ਮ ਦੀ, ਔਰ ਪੋਰੀਫੇਰਾ ਇਹ ਇੱਕ ਤਰ੍ਹਾਂ ਦਾ ਲੋਅਰ ਆਰਗੇਨਿਜ਼ਮ ਹੈ ਐਨੀਮਲ ਕੈਟਾਗਰੀ, ਲੋਅਰ ਆਰਗੇਨਿਜ਼ਮ ਐਨੀਮਲ ਕਿੰਗਡਮ। ਐਨੀਮਲ ਕਿੰਗਡਮ ਚੈਪਟਰ ਕਰਾਂਗੇ ਉਦੋਂ ਤੁਹਾਨੂੰ ਕਲੀਅਰ ਹੋ ਜਾਏਗਾ ਕਿ ਪੋਰੀਫੇਰਾ ਕੀ ਹੈ। ਪੋਰੀਫੇਰਾ ਤੇ ਪ੍ਰੋਟੋਜੋਨਸ ਦੇ ਵਿੱਚ ਜੋ ਲਿੰਕ ਹੈ ਇਹ ਕੌਣ ਕਰ ਰਿਹਾ? ਪ੍ਰੋਟੇਰੋਸਪੰਜੀਆ। ਇੱਕ ਤਰ੍ਹਾਂ ਦਾ ਆਰਗੇਨਿਜ਼ਮ ਹੈ, ਇੱਕ ਤਰ੍ਹਾਂ ਦਾ ਜੋ ਦੋ ਸਪੇਸਿਸ ਦੇ ਵਿੱਚ ਕੀ ਕਰ ਰਿਹਾ, ਲਿੰਕ ਨੂੰ ਦੱਸ ਰਿਹਾ। ਪ੍ਰੋਟੋਜੋਆ ਐਂਡ ਪੋਰੀਫੇਰਾ ਦੇ ਵਿੱਚ ਜੋ ਲਿੰਕ ਦੱਸ ਰਿਹਾ, ਕੌਣ ਦੱਸ ਰਿਹਾ? ਪ੍ਰੋਟੇਰੋਸਪੰਜੀਆ। ਅੱਗੇ ਨਿਓਪਲੀਨਾ। ਨਿਓਪਲੀਨਾ ਇੱਕ ਏਦਾਂ ਦਾ ਆਰਗੇਨਿਜ਼ਮ ਹੈ ਜਿਹੜਾ ਐਨੀਲੀਡਸ ਔਰ ਮਲਸਕ, ਇਹ ਇੱਕ ਅਲੱਗ ਤਰ੍ਹਾਂ ਦੀ ਸਪੇਸਿਸ ਹੈ। ਮਲਸਕ ਦੇ ਵਿੱਚ ਸ਼ੰਖ ਵਾਲੇ ਆ ਜਾਣਗੇ ਆਰਗੇਨਿਜ਼ਮ, ਸ਼ੰਖ ਜਿਨ੍ਹਾਂ ਦੇ ਉੱਪਰ ਹੁੰਦਾ, ਸ਼ੰਖ ਵਾਲੇ ਜੀਵ ਜਿਹੜੇ ਹੋਣਗੇ, ਸ਼ੰਖ ਵਾਲੇ ਜੀਵ। ਔਰ ਦੂਸਰੀ ਤਰਫ ਆਪਣੇ ਕੋਲ ਐਨੀਲੀਡ ਦੇ ਵਿੱਚ ਹੋ ਜਾਣਗੇ ਅਰਥਵਰਮ ਹੈ, ਅਸਕੈਰਿਸ ਹੈ, ਇਹ ਸਾਰੇ ਜਿਹੜੇ ਹੈਗੇ ਇਹ ਕਿਤੇ ਲੀਚ ਹੈ, ਅਰਥਵਰਮ ਲੀਚ। ਤੇ ਇਹ ਸਾਰੇ ਜਿਹੜੇ ਆ ਇਹ ਐਨੀਲੀਡ ਦੇ ਕੈਟਾਗਰੀ ਦੇ ਵਿੱਚ। ਮਲਸਕ ਵਿੱਚ ਜਿਹੜੇ ਸ਼ੰਖ ਵਾਲੇ ਹੋਣਗੇ, ਇਹਨਾਂ ਦੇ ਵਿੱਚ ਦੋ ਸਪੇਸਿਸ ਦੇ ਵਿੱਚ ਜਿਹੜੇ ਲਿੰਕ ਹੈ ਉਹ ਨਿਓਪਲੀਨਾ ਇੱਕ ਆਰਗੇਨਿਜ਼ਮ ਹੈ ਜਿਹੜਾ ਇਹਨਾਂ ਦੋਨੋਂ ਵਾਲੇ ਕਰੈਕਟਰ ਅਕਵਾਇਰ ਕਰਦਾ। ਔਰ ਇਹਦੇ ਨਿਓਪਲੀਨਾ ਦੇ ਵਿੱਚ ਐਨੀਲੀਡਸ ਵਾਲੇ ਵੀ ਕਰੈਕਟਰ ਹੋਣਗੇ ਔਰ ਮਲਸਕ ਵਾਲੇ ਵੀ ਕਰੈਕਟਰ ਹੋਣਗੇ। ਨਿਓਪਲੀਨਾ ਇੱਕ ਤਰ੍ਹਾਂ ਦਾ ਕਨੈਕਟਿਵ ਲਿੰਕ ਹੈ ਦੋ ਸਪੇਸਿਸ ਦੇ ਵਿਚਕਾਰ। ਨੈਕਸਟ ਹੈ ਪੈਰੀਪੇਟਸ। ਪੈਰੀਪੇਟਸ ਐਨੀਲੀਡਸ ਐਂਡ ਆਰਥ੍ਰੋਪੋਡ। ਆਰਥ੍ਰੋਪੋਡ ਦੇ ਵਿੱਚ ਸਾਰੇ ਦੇ ਸਾਰੇ ਕੀਟ ਆ ਜਾਣਗੇ ਔਰ ਇਹ ਲਾਰਜੈਸਟ ਕਿੰਗਡਮ ਹੈ, ਲਾਰਜੈਸਟ ਕਿੰਗਡਮ ਹੈ, जो लार्जेस्ट ऑर्गेनाइजेशन है, लार्जेस्ट ऑर्गेनाइजेशन इन एनिमल किंगडम, इन एनिमल किंगडम। ਅਗਰ ਸਭ ਤੋਂ ਜ਼ਿਆਦਾ ਸਪੇਸਿਸ ਦੀ ਅਗਰ ਗੱਲ ਕਰੀਏ ਤਾਂ ਅਰਥੋਪੋਡਾ ਦੇ ਵਿੱਚ ਆਉਣਗੇ। ਜਿੰਨੇ ਵੀ ਤਰ੍ਹਾਂ ਦੇ ਕੀਟ ਹੈ ਜ਼ਮੀਨ ਤੇ ਰਹਿਣ ਵਾਲੇ, ਉਹ ਸਾਰੇ ਅਰਥੋਪੋਡਾ ਦੇ ਵਿੱਚ ਹੀ ਆਉਣਗੇ। ਤਾਂ ਅਰਥੋਪੋਡਾ ਜਿਹੜਾ ਹੈ ਸਭ ਤੋਂ ਲਾਰਜੈਸਟ ਆਰਗੇਨਾਈਜੇਸ਼ਨ ਹੈ ਐਨੀਮਲ ਕਿੰਗਡਮ ਦੇ ਵਿੱਚ। ਤਾਂ ਇੱਦਾਂ ਐਨੀਲੀਡਸ ਵੀ ਇੱਕ ਐਨੀਮਲ ਕਿੰਗਡਮ ਦਾ ਹੀ ਇੱਕ ਆਰਗੇਨਾਈਜੇਸ਼ਨ ਹੈ ਜਿਸ ਦੇ ਵਿੱਚ ਅਰਥਵਰਮ ਆਉਣਗੇ, ਲੀਚ ਹੈ, ਅਰਥਵਰਮ ਔਰ ਹੋਰ ਵੀ ਇਦਾਂ ਦੇ ਹੀ ਸਪੇਸਿਸ ਹੋਣਗੀਆਂ ਜਿਹੜੇ ਐਨੀਲੀਡਸ ਵਿੱਚ ਆ ਰਹੀਆਂ। ਅਰਥੋਪੋਡਾ ਦੇ ਵਿੱਚ ਕੀ ਹੋਣਗੇ, ਜਿੱਦਾਂ ਆਂਟ ਹੋ ਗਈ, ਸਕੋਰਪੀਅਨ ਹੋ ਗਿਆ, ਇਹ ਸਾਰੇ ਕਿਤੇ ਜਾਣਗੇ, ਇਹ ਅਰਥੋਪੋਡਾ ਦੇ ਵਿੱਚ ਆਉਣ। ਤੇ ਲਿੰਕ ਕਿਹੜੇ ਵਾਲਾ? ਪੈਰੀਪੇਟਸ। नेक्स्ट अपने को ਬਲੈਨੋਗਲੋਸਸ। ਬਲੈਨੋਗਲੋਸਸ ਲਿੰਕ ਦੇ ਵਿੱਚ ਕੋਡਡ ਐਂਡ ਨॉन ਕੋਡਡ ਦੇ ਵਿੱਚ। ਇੰਪੋਰਟੈਂਟ ਕੁਐਸਚਨ, ਵੈਰੀ ਵੈਰੀ ਇੰਪੋਰਟੈਂਟ ਕੁਐਸਚਨ। ਕੋਡਡ ਐਂਡ ਨॉन ਕੋਡਡ ਦੇ ਵਿੱਚ ਕਿਹੜੇ ਵਾਲਾ ਹੋਗਾ ਲਿੰਕ? ਆ ਇੱਕ ਤਰ੍ਹਾਂ ਆਰਗੇਨਿਜ਼ਮ ਹੈ ਜਿਹੜਾ ਕੋਡਡ ਤੇ ਨॉन ਕੋਡਡ। ਕੋਡਡ ਵਾਲੇ ਕਿਹੜੇ ਹੋਣਗੇ? ਜਿਨ੍ਹਾਂ ਦੇ ਵਿੱਚ ਵਰਟੇਬ੍ਰੇਟ ਕੀ ਹੋਣਗੇ? ਪ੍ਰੈਜ਼ੈਂਟ ਹੋਣਗੇ। ਵਰਟੇਬ੍ਰੇਟ, ਜਿਨ੍ਹਾਂ ਦੇ ਵਰਟੇਬ੍ਰੇਟ ਪ੍ਰੈਜ਼ੈਂਟ ਹੋਣਗੇ ਉਹ ਕਿਹੜੇ ਵਾਲੇ ਹੋਗੇ? ਕੋਡਡ। ਜਿਨ੍ਹਾਂ ਦੇ ਵਿੱਚ ਵਰਟੇਬ੍ਰੇਟ ਨਹੀਂ ਪ੍ਰੈਜ਼ੈਂਟ ਹੁੰਦੇ ਉਹ ਨॉन ਕੋਡਡ ਹੈ। ਤਾਂ ਇੱਦਾਂ ਦੇ ਜਿਹੜੇ ਲਿੰਕ ਹੋਏਗਾ ਦੋ ਆਰਗੇਨਾਈਜੇਸ਼ਨ ਦੇ ਵਿੱਚ ਉਹ ਕਿਹੜੇ ਵਾਲੇ ਹੋਏਗਾ? ਬਲੈਨੋਗਲੋਸਸ। ਅੱਗੇ ਚਮੇਰਾ। ਚਮੇਰਾ ਕਿਹਦੇ ਵਿੱਚ ਹੈ? ਕਾਰਟਿਲੇਜਸ ਫਿਸ਼ ਐਂਡ ਬੋਨੀ ਫਿਸ਼ਸ ਦੇ ਵਿੱਚ ਜਿਹੜਾ ਲਿੰਕ ਹੈ ਉਹ ਕਿਹੜੇ ਵਾਲਾ ਆਪਣੇ ਕੋਲ? ਕਾਰਟਿਲੇਜਸ ਐਂਡ ਨॉन ਕਾਰਟਿਲੇਜਸ ਫਿਸ਼ ਦੇ ਵਿੱਚ ਕਿਹੜੇ ਵਾਲਾ ਲਿੰਕ ਹੈ? ਇਹ ਚਮੇਰਾ। ਇੱਕ ਤਰ੍ਹਾਂ ਦੀ ਫਿਸ਼ ਹੈ ਜਿਹਦੇ ਵਿੱਚ ਕਰੈਕਟਰ ਦੋਨੋਂ ਤਰ੍ਹਾਂ ਦੇ ਪ੍ਰੈਜ਼ੈਂਟ ਹੋਣਗੇ, ਕਾਰਟਿਲੇਜਸ ਫਿਸ਼ ਵਾਲੇ ਵੀ ਔਰ ਬੋਨੀ ਫਿਸ਼ ਵਾਲੇ ਵੀ। ਨੈਕਸਟ ਹੈ ਪ੍ਰੋਟੋਪਟੈਰਿਸ। ਪ੍ਰੋਟੋਪਟੈਰਿਸ ਹੈ ਇੱਕ ਤਰ੍ਹਾਂ ਦੇ ਲੰਗ ਫਿਸ਼ ਹੈ, ਤੇ ਲੰਗ ਫਿਸ਼ ਤੇ ਲੰਗ ਤੋਂ ਕੀ ਆਪਾਂ ਨੂੰ ਲੱਗ ਰਿਹਾ ਕਿ ਇਹ ਐਮਫੀਬੀਅਨ ਦੇ ਵਿੱਚ
ਕਿਉਂਕਿ ਐਮਫੀਬੀਅਨ ਜਿਹੜੇ ਹੁੰਦੇ ਜਿਹੜੇ ਪਾਣੀ 'ਚ ਵੀ ਰਹਿ ਲੈਂਦੇ ਆ ਔਰ ਲੈਂਡ ਤੇ ਵੀ ਰਹਿ ਸਕਦੇ ਆ, ਤਾਂ ਇਹਦੇ ਵਿੱਚ ਇੱਕ ਐਕਸਟਰਾ ਕਰੈਕਟਰ ਹੋਏਗਾ ਲੰਗ ਵਾਲਾ, ਕਿਉਂਕਿ ਉਹ ਲੈਂਡ ਤੇ ਵੀ ਸਰਵਾਈਵ ਕਰ ਸਕਦੇ, ਤਾਂ ਲੈਂਡ ਤੇ ਸਰਵਾਈਵ ਕਰਨ ਵਾਲੇ ਜਿੰਨੇ ਵੀ ਆਰਗੇਨਿਜ਼ਮ ਹੈ ਉਹਦੇ 'ਚ ਕੀ ਹੁੰਦੇ, ਲੰਗ ਹੁੰਦੇ ਆ। ਤੇ ਇਸ ਲਈ ਲੰਗ ਫਿਸ਼ਸ ਤੋਂ ਜੋ ਵਰਲਡ ਚੀਜ਼ ਹੋਈ ਸੀ ਉਹ ਐਮਫੀਬੀਅਨ ਸੀ। ਤਾਂ ਐਮਫੀਬੀਅਨ ਕਿਹੜੇ ਵਾਲੀ ਫਿਸ਼ ਤੋਂ ਬਣੇ ਆ, ਪ੍ਰੋਟੋਪਟੈਰਿਸ। ਇੱਕ ਤਰ੍ਹਾਂ ਦਾ ਇਹ ਲਿੰਕ ਹੈ, ਪ੍ਰੋਟੋਪਟੈਰਿਸ ਜਿਹੜੀ ਹੈ ਇਹ ਫਿਸ਼ ਇਦਾਂ ਦੀ ਹੈ ਜਿਹਦੇ ਕੋਲ ਕੀ ਹੈ, ਲੰਗ ਪ੍ਰੈਜ਼ੈਂਟ ਹੈ ਇੰਸਟੈਡ ਆਫ ਗਿਲਸ। ਗਿਲਸ ਨਹੀਂ ਹੋਣਗੇ ਤੇ ਕੋਲ ਕੀ ਹੈ, ਲੰਗ ਫਿਸ਼ ਹੈ। ਲੰਗਸ ਪ੍ਰੈਜ਼ੈਂਟ ਹੋਣਗੇ ਤਾਂ ਲੰਗਸ ਦੇ ਜਿਹੜੇ ਕਰੈਕਟਰ ਹੈ ਉਹ ਐਮਫੀਬੀਅਨ ਤਰ੍ਹਾਂ, ਲੇਕਿਨ ਫਿਸ਼ ਹੈ ਪਾਣੀ ਦੇ ਵਿੱਚ ਰਹਿੰਦੀ, ਇਸ ਲਈ ਆਪਾਂ ਨੇ ਕੀ ਕਹਿਤਾ, ਫਿਸ਼ਸ ਹੈ। ਬਾਕੀ ਕਰੈਕਟਰ ਦੇ ਫਿਸ਼ ਨਾਲ ਕਾਮਨ ਹੋਣਗੇ ਔਰ ਜਿਹੜੇ ਲੰਗ ਹੈ ਉਹ ਕਿਹਦੇ ਨਾਲ, ਐਮਫੀਬੀਅਨ ਨਾਲ। ਤੇ ਇਸ ਲਈ ਫਿਸ਼ਸ ਤੇ ਐਮਫੀਬੀਅਨ ਦੇ ਵਿੱਚ ਜੋ ਲਿੰਕ ਹੈ ਉਹ ਕਿਹੜੇ ਵਾਲਾ, ਪ੍ਰੋਟੋਪਟੈਰਿਸ ਵਾਲਾ। ਨੈਕਸਟ ਹੈ ਪ੍ਰੈਟੀਪਸ ਐਂਡ ਅਕਿਡਨਾ। ਪ੍ਰੈਟੀਪਸ ਐਂਡ ਅਕਿਡਨਾ, ਤਾਂ ਇੱਕ ਇਹਦੇ ਵਿੱਚ ਰੈਪਟਾਈਲ ਐਂਡ ਮੈਮਲ ਦੇ ਵਿੱਚ ਜੋ ਲਿੰਕ ਹੈ ਉਹ ਕੌਣ ਕਰ ਰਿਹਾ, ਅਕਿਡਨਾ। ਪ੍ਰੈਟੀਪਸ ਐਂਡ ਅਕਿਡਨਾ ਜਿਹੜਾ ਪਲੇਟੀਪਸ ਐਂਡ ਅਕਿਡਨਾ, ਰੈਪਟਾਈਲ ਤੇ ਮੈਮਲ ਦੇ ਵਿੱਚ ਜੋ ਲਿੰਕ ਹੈ ਉਹ ਇਹ ਵਾਲੇ ਆਰਗੇਨਿਜ਼ਮ ਕਰ ਰਹੇ ਆ, ਆ ਵਾਲੀ ਸਪੀਸੀਜ਼ ਕਰ। ਨੈਕਸਟ ਹੈ ਮਿਸਿੰਗ ਫੋਸਿਲਸ ਕਨੈਕਟਿਵ ਲਿੰਕ, ਜੋ ਐਕਸਟਿੰਕਟ ਹੋ ਚੁੱਕੇ ਹੈ, ਸਟਿਲ ਪ੍ਰੈਜ਼ੈਂਟ ਨਹੀਂ ਹੈ। ਮਿਸਿੰਗ ਕਨੈਕਟਿਵ ਲਿੰਕਸ ਜਿਹੜੇ ਇਸ ਟਾਈਮ ਮੌਜੂਦ ਨਹੀਂ ਹੈ, ਜਿੱਦਾਂ ਆਪਣੇ ਕੋਲ ਆਰਕਿਓਪਟੈਰਿਸ ਸੀਗਾ। ਆਰਕਿਓਪਟੈਰਿਕਸ ਕਿਹਦੇ ਵਿੱਚ ਸੀਗਾ, ਰੈਪਟਾਈਲ ਐਂਡ ਬਰਡ। ਰੈਪਟਾਈਲ ਇਹਦੇ ਵਿੱਚ ਆਰਕਿਓਪਟੈਰਿਕਸ ਦੇ ਵਿੱਚ ਕੀ ਸੀ, ਰੈਪਟਾਈਲ ਵਾਲੇ ਵੀ ਕਰੈਕਟਰ ਸੀ ਔਰ ਬਰਡ ਵਾਲੇ ਸੀ, ਆਪਾਂ ਆਲਰੇਡੀ ਪ੍ਰੀਵੀਅਸ ਕਲਾਸ ਦੇ ਵਿੱਚ ਡਿਸਕਸ ਕਰਿਆ ਹੋਇਆ। ਆਰਕਿਓਪਟੈਰਿਕਸ ਦੇ ਵਿੱਚ ਕੀ ਆ, ਵਿੰਗ ਆਉਣੇ ਸ਼ੁਰੂ ਹੋ ਗਏ ਸੀ, ਬੀਕ ਦੇ ਵਿੱਚ ਕੀ ਸੀਗੇ, ਦੰਦ ਵੀ ਸੀ ਹੁੰਦੇ, ਟਿਪ ਵੀ ਪ੍ਰੈਜ਼ੈਂਟ ਸੀ ਬੀਕ ਦੇ ਵਿੱਚ। ਤਾਂ ਬੀਕ ਵਾਲੀ ਜਿਹੜੇ ਹੈਗੇ ਸੀ ਕਰੈਕਟਰ ਉਹ ਬਰਡ ਵਾਲੇ ਸੀ, ਔਰ ਜਿਹੜੇ ਬੀਕ ਪ੍ਰੈਜ਼ੈਂਟ ਸੀ ਉਹ ਤਾਂ ਬਰਡ ਵਾਲੇ, ਲੇਕਿਨ ਬੀਕ ਦੇ ਵਿੱਚ ਕੀ ਸੀ ਹੁੰਦੇ, ਟਿਪ ਪ੍ਰੈਜ਼ੈਂਟ ਸੀ, ਤਾਂ ਉਹ ਰੈਪਟਾਈਲ ਵਾਲਾ ਕਰੈਕਟਰ ਸੀ। ਤਾਂ ਆਰਕਿਓਪਟੈਰਿਕਸ ਦੇ ਵਿੱਚ ਇੱਕ ਫਲਾਈਂਗ ਬਰਡ ਔਰ ਇੱਕ ਆਪਾਂ ਕਹਿ ਸਕਦੇ ਹਾਂ ਜਾਂ ਰੈਪਟਾਈਲ, ਇੱਕ ਇੱਦਾਂ ਦਾ ਰੈਪਟਾਈਲ ਸੀ ਜੋ ਫਲਾਈ ਕਰ ਸਕਦਾ ਸੀ। ਤਾਂ ਆਰਕਿਓਪਟੈਰਿਕਸ ਜਿਹੜਾ ਰੈਪਟਾਈਲ ਤੇ ਬਰਡ ਦੇ ਵਿੱਚ ਕੀ ਹੈ, ਲਿੰਕ ਹੈ, ਲੇਕਿਨ ਇਸ ਟਾਈਮ ਕਿਉਂ ਮਿਸਿੰਗ ਫੋਸਿਲਸ ਹੈ, ਇਸ ਟਾਈਮ ਪ੍ਰੈਜ਼ੈਂਟ ਨਹੀਂ ਹੈ। ਐਵੇਂ ਸਿਮਿਲਰ ਸੈਮੋਰੀਆ ਐਮਫੀਬੀਅਨ ਐਂਡ ਰੈਪਟਾਈਲ ਦੇ ਵਿੱਚ ਜੋ ਲਿੰਕ ਹੈ ਉਹ ਕਿਹੜੇ ਵਾਲਾ, ਸੈਮੋਰੀਆ। ਐਦਾਂ ਨੈਕਸਟ ਹੈ ਰੈਪਟਾਈਲ ਤੇ ਮੈਮਲ, ਉੱਪਰ ਹੀ ਆਪਾਂ ਰੈਪਟਾਈਲ ਤੇ ਮੈਮਲ ਕਰਕੇ ਆਏ ਆ, ਆ ਵਾਲਾ ਇਹ ਜੋ ਦੇ ਰੱਖਿਆ ਇਹ ਸਟਿਲ ਐਗਜ਼ਿਸਟ ਕਰ ਰਿਹਾ, ਪ੍ਰੈਜ਼ੈਂਟ ਹੈ, ਪਲੇਟੀਪਸ ਐਂਡ ਅਕਿਡਨਾ। ਲੇਕਿਨ ਜਿਹੜੇ ਇਹ ਵਾਲਾ ਇਹ ਮਿਸਿੰਗ ਫੋਸਿਲਸ ਹੈ, ਇਹਨਾਂ ਦੀ ਹੁਣ ਇਹ ਐਕਸਟਿੰਕਟ ਹੋਏ ਹੋਏ ਆ, ਜੋ ਲਿੰਕ ਜਿਨ੍ਹਾਂ ਨੇ ਕਿ ਮੈਮਲ ਐਂਡ ਰੈਪਟਾਈਲ ਦੇ ਵਿੱਚ ਦੱਸਿਆ ਸੀ। ਤੇ ਕਿਹੜੇ ਲਿਕਨੋਪਸ, ਲਿਕਨੋਪਸ ਇੱਕ ਇਹਦੇ ਵਿੱਚ ਹੈ ਰੈਪਟਾਈਲ ਐਂਡ ਮੈਮਲਸ ਦੇ ਵਿੱਚ। ਤੇ ਜੋ ਇੰਪੋਰਟੈਂਟ ਜੋ हम करके जाने ही जाने हैं, अगर दूसरे याद नहीं हो रहे करने सारी है, लेकिन जो कोडेड नॉन कोडेड जो प्रीवियस ਆਪਾਂ ਕਰਕੇ ਆਏ ਲਾਸਟ ਪੇਜ ਤੇ ਉਹ ਸਾਰੇ ਇੰਪੋਰਟੈਂਟ ਹੈ। ਆਰਕਿਓਪਟੈਰਿਕਸ ਆ ਲਾਸਟ ਵਾਲੇ ਦੋ ਜਿਹੜੇ ਆ ਇਹ ਤੁਸੀਂ ਛੱਡ ਸਕਦੇ ਹੋ, ਲੇਕਿਨ ਉੱਪਰ ਵਾਲੇ ਜਿਹੜੇ ਆ ਇਹ ਸਾਰੇ ਹੀ ਆਰਕਿਓਪਟੈਰਿਕਸ ਤੋਂ ਲੈ ਕੇ ਉੱਪਰ ਵਾਲੇ ਸਾਰੇ ਹੀ ਕਰਨੇ। ਲਾਸਟ ਟੂ ਤੁਸੀਂ ਦੇਖ ਲੈਣਾ ਅਗਰ ਲਰਨ ਕਰ ਪਾ ਰਹੇ ਹੋ ਜਾਂ ਨਹੀਂ, लेकिन करने सारे ही है। नेक्स्ट है स्पेशल पॉइंट्स। लिविंग फॉसिल्स ਹੁੰਦਾ ਕੀ ਹੈ, ਲਿਵਿੰਗ ਫੋਸਿਲਸ ਉਹ ਵਾਲੇ ਹੈ ਜਿਹੜੇ ਆਪਣੇ ਗਰੁੱਪ, ਬਾਕੀ ਤਾਂ ਉਹਨਾਂ ਦੇ ਸਾਰੇ ਆਰਗਨ ਸਪੀਸੀਜ਼ ਐਕਸਟਿੰਕਟ ਹੋ ਗਏ, ਲੇਕਿਨ ਉਹ ਆਪਣੇ ਗਰੁੱਪ ਦੇ ਵਿੱਚੋਂ ਸਟਿਲ ਇੱਕ ਉਹਦੇ ਨਾਲ ਦਾ ਕੋਈ ਆਰਗੇਨਿਜ਼ਮ ਬਚਿਆ ਹੋਇਆ ਤਾਂ ਆਪਾਂ ਉਹਨੂੰ ਕਹਿੰਦੇ ਲਿਵਿੰਗ ਫੋਸਿਲਸ। ਬਾਕੀ ਤਾਂ ਉਹਨਾਂ ਦੇ ਗਰੁੱਪ ਦੇ ਜਿਹੜੇ ਮੈਂਬਰ ਆ ਸਾਰੇ ਐਕਸਟਿੰਕਟ ਹੋ ਗਏ, ਲੇਕਿਨ ਉਹ ਆਪਣੇ ਉਸ ਗਰੁੱਪ ਦੇ ਵਿੱਚੋਂ ਸਟਿਲ ਇੱਕ ਸਿਮਿਲਰ ਕੈਟਾਗਰੀ ਦਾ ਇੱਕ ਅਗਰ ਆਰਗੇਨਾਈਜੇਸ਼ਨ ਬਚੀ ਹੈ ਤਾਂ ਆਪਾਂ ਉਹਨੂੰ ਕੀ ਕਹਿ ਦਿੰਦੇ ਹਾਂ, ਲਿਵਿੰਗ ਫੋਸਿਲਸ। ਤਾਂ ਇਹਦੇ ਵਿੱਚ ਲਿਮੂਲਸ ਕਿੰਗ ਕਰੈਬ ਹੈ, ਇਹ ਇੱਕ ਆਰਥਰੋਪੋਡ ਹੀ ਹੈ ਜਿਹੜੇ ਇੱਕ ਤਰ੍ਹਾਂ ਲਿਵਿੰਗ ਫੋਸਿਲਸ ਹੈ। ਇੱਦਾਂ ਹੈ ਲਟਮੇਰੀਆ, ਲਟਮੇਰੀਆ ਕਿਹੜਾ, ਇਹ ਬੱਚੇ ਨਾਮ ਦੇ ਰੱਖੇ ਉਹਨਾਂ ਦੇ, ਕੋਲਨਕਲਨ ਬੋਨੀਫਿਸ਼। ਆਪਾਂ ਕੋਲਨਕੰਥ ਕਰਿਆ ਸੀ, ਕੋਲਨਕੰਥ ਕਿਹੜੇ ਵਾਲਾ ਸੀਗਾ, ਇੱਕ ਇੱਦਾਂ ਦੀ ਫਿਸ਼ ਸੀ ਜਿੱਥੋਂ ਕੀ ਹੋਇਆ, ਫਿਸ਼ ਤੋਂ ਐਮਫੀਬੀਅਨ ਆਪਾਂ ਕਿਹਾ ਸੀ, ਫਿਸ਼ ਤੋਂ ਕੀ ਬਣਿਆ ਸੀ, ਐਮਫੀਬੀਅਨ।
ਤੇ ਇਹਦੇ ਜਿਹੜੇ ਫਿਨ ਹੈਗੇ ਆ ਉਹ ਕਿਹੜੇ ਵਾਲੇ ਸੀਗੇ, ਬਹੁਤ ਸਟਰੋਂਗ ਵਾਲੇ ਫਿਨ ਸੀ। ਉਹ ਜ਼ਮੀਨ ਤੇ ਵੀ ਫਿਸ਼ ਕੀ ਹੁੰਦੀ ਸੀ, ਲੈਂਡ ਤੇ ਵੀ ਆ ਜਾਂਦੀ ਸੀ ਮੂਵ ਕਰਕੇ। ਤਾਂ ਕੋਲਨਕੈਂਥ ਕੀ ਹੈ, ਬੋਨੀ ਫਿਸ਼ ਹੈ। ਏਦਾਂ ਹੀ ਅੱਗੇ ਸਾਨੂੰ ਔਰ ਉਸਨੂੰ ਆਪਾਂ ਕੀ ਕਹਿੰਦੇ ਆ, ਫਿਊਟਰਾ ਰੈਪਟਾਈਲ ਵਿਦ ਪਾਈਨੀਅਲ ਆਈ ਔਰ ਫਿਰ ਥਰਡ ਆਈ। ਪਾਈਨੀਅਲ ਆਈ ਵੀ ਕਹਿੰਦੇ ਨੇ ਜਾਂ ਫਿਰ ਥਰਡ ਆਈ ਵੀ ਕਹਿੰਦੇ ਨੇ। ਇਹ ਸਾਰੇ ਕਿਹੜੇ ਲਿਵਿੰਗ ਫੋਸਿਲਸ ਹੈਗੇ ਆ। ਦੇ ਸਟਿਲ ਸ਼ੋ ਪਰਮਿਟਿਵ ਕਰੈਕਟਰ, ਇਹਨਾਂ ਦੇ ਵਿੱਚ ਅਜੇ ਵੀ ਪਰਮਿਟਿਵ ਕਰੈਕਟਰ ਹੈ ਜੋ ਕਿ ਇਹਨਾਂ ਦੇ ਪੁਰਾਣੇ ਐਨਸੈਸਟਰ ਦੇ ਵਿੱਚ ਪ੍ਰੈਜ਼ੈਂਟ ਸੀ, ਜਾਂ ਫਿਰ ਇਹਨਾਂ ਦੇ ਗਰੁੱਪ ਵਾਲੇ ਜਿਹੜੇ ਐਕਸਟਿੰਕਟ ਹੋ ਗਏ ਆ ਆਰਗੇਨਿਜ਼ਮ, ਉਹ ਵਾਲੇ ਕਰੈਕਟਰ ਅਜੇ ਵੀ ਇਹਨਾਂ ਦੇ ਵਿੱਚ ਪ੍ਰੈਜ਼ੈਂਟ ਹੈਗੇ ਆ ਔਰ ਸਟਿਲ ਦੇ ਆਰ ਸਰਵਾਈਵ। ਅਜੇ ਵੀ ਇਹ ਸਰਵਾਈਵ ਕਰ ਰਹੇ ਆ। ਕੁਝ ਇਹਨਾਂ ਦੇ ਵਿੱਚ ਅਡੈਪਟੇਸ਼ਨ ਹੋਈਆਂ ਹੋਣਗੀਆਂ, ਇਵੋਲਵ ਹੋਏ ਹੋਣਗੇ, ਲੇਕਿਨ ਐਵੋਲੂਸ਼ਨ ਤੋਂ ਬਾਅਦ ਵਿੱਚ ਵੀ ਇਹਨਾਂ ਦੇ ਵਿੱਚ ਪ੍ਰਿਮਿਟਿਵ ਕਰੈਕਟਰ ਪ੍ਰੈਜ਼ੈਂਟ ਹੈ। ਨੈਕਸਟ ਹੈ evidence from physiology and biochemistry। physiology and biochemistry ਤੋਂ ਆਪਾਂ ਕੀ ਸਮਝਦੇ ਹਾਂ, ਜੋ ਫੋਰਮੇਸ਼ਨ ਹੋਈ ਹੈ ਸੈੱਲ ਦੀ, ਉਹਦੇ ਪ੍ਰੋਟੋਪਲਾਜ਼ਮ ਦੀ, ਉਹ ਸਿਮਿਲਰ ਹੈ ਇਨ ਆਲ ਟਾਈਪ ਆਫ ਆਰਗੇਨਿਜ਼ਮ। ਜਿੰਨੇ ਵੀ ਟਾਈਪ ਦੇ ਆਰਗੇਨਿਜ਼ਮ ਹੈ ਉਹਨਾਂ ਦੇ ਵਿੱਚ ਜੋ ਸੈੱਲ ਦੀ ਫੋਰਮੇਸ਼ਨ ਉਹ ਸੇਮ ਹੈ, ਔਰ ਜਿਹੜੇ ਖਾਸ ਅਲੱਗ-ਅਲੱਗ ਤਰ੍ਹਾਂ ਦੇ ਐਂਜ਼ਾਈਮ ਆ ਉਹਨਾਂ ਦੀ ਵਰਕਿੰਗ ਹਰੇਕ ਆਰਗੇਨਿਜ਼ਮ ਦੇ ਵਿੱਚ ਸੇਮ ਹੈ। ਚਾਹੇ ਡਿਫਰੈਂਟ ਸਪੀਸੀਜ਼ ਹੈ, ਡਿਫਰੈਂਟ ਟਾਈਪ ਦੇ ਆਰਗੇਨਿਜ਼ਮ ਹੈ, ਲੇਕਿਨ ਜੋ ਐਂਜ਼ਾਈਮ ਹੈ ਉਹਨਾਂ ਦੀ ਵਰਕਿੰਗ ਸੇਮ ਹੀ ਰਹਿ ਰਹੀ ਹੈ। ਤਾਂ ਇਸ ਲਈ ਇਹ ਵੀ ਇੱਕ ਬਹੁਤ ਜ਼ਿਆਦਾ ਸਟਰੋਂਗ ਵਾਲਾ ਐਵੀਡੈਂਸ ਹੈ ਕਿ ਜਿਹੜੇ ਐਵੋਲੂਸ਼ਨ ਹੈ ਉਹ ਇਸ ਤਰ੍ਹਾਂ ਹੀ ਚੱਲੀ ਹੈ ਜਿਸ ਤਰ੍ਹਾਂ ਆਪਾਂ ਇਸ ਚੈਪਟਰ ਦੇ ਵਿੱਚ ਪੜ੍ਹ ਰਹੇ ਹਾਂ। ਕਿ ਪਹਿਲਾਂ ਕੈਮਿਸਟਰੀ ਕੈਮੀਕਲੀ ਐਵੋਲੂਸ਼ਨ ਹੋਈ, ਫਿਰ ਆਰਗੈਨਿਕ ਐਵੋਲੂਸ਼ਨ ਹੋਈ, ਪ੍ਰੋਟੋਪਲਾਜ਼ਮ ਫੋਰਮ ਹੋਇਆ, ਪਹਿਲਾਂ ਪ੍ਰੋਕੈਰੀਓਟ ਫਿਰ ਯੂਕੈਰੀਓਟ ਸੈੱਲ ਆਏ, ਦੈਨ ਉਸ ਤੋਂ ਬਾਅਦ ਵਿੱਚ ਮਲਟੀ ਸੈਲੂਲਰ ਆਰਗੇਨਿਜ਼ਮ ਬਣੇ। ਤਾਂ ਪ੍ਰੋਟੋਪਲਾਜ਼ਮ ਦੀ ਜਿਹੜੀ ਹੈ ਪ੍ਰੋਟੋਜ਼ੋਨਸ ਤੋਂ ਲੈ ਕੇ, ਪ੍ਰੋਟੋਜ਼ੋਨਸ ਜਿਹੜੇ ਆ ਸਿੰਗਲ ਸੈਲ ਆਰਗੇਨਾਈਜੇਸ਼ਨ ਹੈ, ਔਰ ਮੈਮਲ ਤੱਕ ਜਿਹੜੇ ਆ ਪ੍ਰੋਟੋਪਲਾਜ਼ਮ ਦੀ ਜਿਹੜੀ ਸਟਰਕਚਰ ਹੈ ਉਸਦੀ ਕੰਪੋਜੀਸ਼ਨ ਉਹ ਕੀ ਹੈ, ਸਿਮਿਲਰ ਹੈ। ਤੇ ਇਹ ਵੀ ਇੱਕ ਤਰ੍ਹਾਂ ਦਾ ਐਵੀਡੈਂਸ ਹੀ ਹੈ ਕਿ ਅਗਰ ਸਾਰੇ ਦੇ ਸਾਰੇ ਆਰਗੇਨਿਜ਼ਮ ਐਜ਼ ਇਟ ਇਜ਼ ਹੀ ਐਗਜ਼ਿਸਟ ਕਰਦੇ ਜਿੱਦਾਂ ਅੱਜ ਪ੍ਰੈਜ਼ੈਂਟ ਆ, ਤੇ ਫਿਰ ਉਹਨਾਂ ਦੇ ਵਿੱਚ ਬਹੁਤ ਸਾਰੇ ਡਿਸਿਮਿਲੈਰਿਟੀਜ਼ ਹੋਣੀਆਂ ਸੀ ਉਹਨਾਂ ਦੇ ਪ੍ਰੋਟੋਪਲਾਜ਼ਮ ਲੈ ਕੇ, ਸੈੱਲ ਫੋਰਮੇਸ਼ਨ ਲੈ ਕੇ। ਲੇਕਿਨ ਪ੍ਰੋਟੋਪਲਾਜ਼ਮ ਕੀ ਹੈ, ਸਿਮਿਲਰ ਹੀ ਹੈ। ਜੋ ਪ੍ਰੋਟੋਪਲਾਜ਼ਮ ਹੁੰਦਾ ਕੀ ਹੈ, ਸੈੱਲ ਮੈਂਬਰ ਨੂੰ ਛੋੜ ਕੇ ਅੰਦਰ ਵਾਲਾ ਜਿੰਨਾ ਵੀ ਹੋਏਗਾ, ਸਾਈਟੋਪਲਾਜ਼ਮ ਪਲੱਸ ਨਿਊਕਲੀਅਸ, ਉਹ ਪ੍ਰੋਟੋਪਲਾਜ਼ਮ ਦੇ ਵਿੱਚ ਆਏਗਾ। ਪ੍ਰੋਟੋਪਲਾਜ਼ਮ ਦੀ ਫੋਰਮੇਸ਼ਨ ਕੀ ਹੈ, ਦੇਖੋ ਸਿਮਿਲਰ ਹੀ ਹੈ ਪ੍ਰੋਟੋਜ਼ੋਨਸ ਲੈਵਲ ਤੋਂ ਲੈ ਕੇ ਮੈਮਲਸ ਤੱਕ। ਐਂਜ਼ਾਈਮਸ, ਜੋ ਵੀ ਐਂਜ਼ਾਈਮ ਪ੍ਰੈਜ਼ੈਂਟ ਹੈ ਕਿਸੇ ਵੀ ਟਾਈਪ ਦੇ ਆਰਗੇਨਾਈਜੇਸ਼ਨ ਦੇ ਵਿੱਚ ਜਾਂ ਆਰਗੇਨਿਜ਼ਮ ਦੇ ਵਿੱਚ, ਉਹਨਾਂ ਦਾ ਸਿਮਿਲਰ ਹੀ ਕੰਮ ਹੈ। ਜਿੱਦਾਂ ਟ੍ਰਿਪਸਿਨ ਹੈ, ਟ੍ਰਿਪਸਿਨ ਦਾ ਕੰਮ ਅਗਰ ਉਹ ਅਮੀਬਾ ਵਿੱਚ ਹੈ ਚਾਹੇ ਮੈਮਲ ਦੇ ਵਿੱਚ ਹੈ, ਤਾਂ ਉਸ ਦਾ ਕੰਮ ਕੀ ਹੈ, ਟ੍ਰਿਪਸਿਨ ਦਾ ਕੰਮ ਹੈ ਪ੍ਰੋਟੀਨ ਦੀ ਡਾਈਜੈਸ਼ਨ ਕਰਾਉਣਾ, ਪ੍ਰੋਟੀਨ ਦੀ ਡਾਈਜੈਸ਼ਨ ਕਰਾਉਣਾ। ਏਦਾਂ ਅਮਾਈਲੇਜ਼ ਦਾ ਕੰਮ ਹੈ ਸਟਾਰਚ ਨੂੰ ਤੋੜਨਾ, ਔਰ ਇਹਦਾ ਵੀ ਕੰਮ ਸਿਮਿਲਰ ਹੀ ਹੈ। ਅਮਾਈਲੇਜ਼ ਦਾ ਕੰਮ ਹੈ ਸਟਾਰਚ ਦੀ ਡਾਈਜੈਸ਼ਨ ਕਰਾਉਣਾ, ਔਰ ਅਮਾਈਲੇਜ਼ ਜੋ ਐਂਜ਼ਾਈਮ ਹੈ ਇਹ ਇੱਕ ਤਰ੍ਹਾਂ ਦਾ ਸਟਾਰਚ ਨੂੰ ਡਾਈਜੈਸਟ ਕਰਨ ਵਾਲਾ ਐਂਜ਼ਾਈਮ ਹੈ, ਔਰ ਇਸਦਾ ਕੰਮ ਪੋਰੀਫੇਰਾ, ਜਿਹੜਾ ਆਪਾਂ ਲੋਅਰ ਆਰਗੇਨਾਈਜੇਸ਼ਨ ਜਿਹੜੀ ਐਨੀਮਲਸ ਦੀ, ਉੱਥੋਂ ਲੈ ਕੇ ਮੈਮਲਸ ਤੱਕ ਕੀ ਰਹਿੰਦੀ ਹੈ, ਸਿਮਿਲਰ ਹੀ ਹੈ। ਮਾਈਲੇਜ ਚਾਹੇ ਪੋਰੀਫੇਰਾ ਵਿੱਚ ਹੈ ਚਾਹੇ ਮਾਈਲੇਜ ਮੈਮਲ ਦੇ ਵਿੱਚ ਹੈ, ਇਸ ਦਾ ਜਿਹੜਾ ਫੰਕਸ਼ਨ ਆ ਉਹ ਸੇਮ ਹੀ ਹੈ, ਸਟਾਰਚ ਨੂੰ ਡਾਈਜੈਸਟ ਕਰਾਉਣ ਦਾ। ਤਾਂ ਇਹ ਵੀ ਇੱਕ ਐਵੀਡੈਂਸ ਹੈ ਕਿ ਜਿਹੜੇ ਸਿਮਿਲਰ ਐਂਜ਼ਾਈਮ ਹੈ ਇਨ ਡਿਫਰੈਂਟ ਆਰਗੇਨਿਜ਼ਮ ਪਰਫਾਰਮ ਸਿਮਿਲਰ ਵਰਕ। ਅੱਗੇ ਆਪਣੇ ਕੋਲ ਬਲੱਡ ਜਿਹੜੀ ਹੈ, ਬਲੱਡ ਦੀ ਕੰਪੋਜੀਸ਼ਨ ਸਿਮਿਲਰ ਹੈ। ਕੋਡੇਟ ਸ਼ੋਜ਼ ਆਲਮੋਸਟ ਸੇਮ ਕੰਪੋਜੀਸ਼ਨ ਆਫ ਬਲੱਡ। ਜਿੰਨੇ ਵੀ ਕੋਡੇਟ ਹੈਗੇ ਆ ਉਹਨਾਂ ਦੇ ਵਿੱਚ ਕੀ ਹੈ, ਬਲੱਡ ਦੀ ਕੰਪੋਜੀਸ਼ਨ ਸਿਮਿਲਰ ਹੀ ਹੈ, ਆਲਮੋਸਟ ਸਿਮਿਲਰ ਹੈ। ਲਿਟਲ ਬਿਟ ਚੇਂਜਸ ਹੋ ਸਕਦੀਆਂ ਉਸਦੀ ਕੰਪੋਜੀਸ਼ਨ, ਲੇਕਿਨ ਕੀ ਹੈ, ਆਲਮੋਸਟ ਸੇਮ ਹੈ। ਨੈਕਸਟ ਹੈ ATP। ਔਰ ਜਿੰਨੇ ਵੀ ਆਰਗੇਨਿਜ਼ਮ ਹੈ ਜਿਹੜੇ ਕੈਮੀਕਲ એનર્ਜੀ ਜਿਹੜੀ ਯੂਜ਼ ਕਰ ਰਹੇ ਆ, ਬਾਇਓਲੋਜਿਕ ਜਿਹੜੀ ਕੈਮੀਕਲ એનર્ਜੀ ਯੂਜ਼ ਕਰਦੇ ਆ ਆਪਣੀ ਬੋਡੀ ਦੇ ਅੰਦਰ, ਉਹ ATP ਦੀ ਫਾਰਮ ਦੇ ਵਿੱਚ ਹੀ ਯੂਜ਼ ਕਰਦੇ ਆ। ਲੋਅਰ ਆਰਗੇਨਿਜ਼ਮ ਤੋਂ ਲੈ ਕੇ ਹਾਇਰ ਪ੍ਰੋਕੈਰੀਓਟ ਤੋਂ ਲੈ ਕੇ ਯੂਕੈਰੀਓਟ ਆਰਗੇਨਿਜ਼ਮ, ਸਾਰੇ ਦੇ ਸਾਰੇ ਜਿਹੜੇ ਆ એનર્ਜੀ ਕਿਹੜੇ ਫਾਰਮ ਦੇ ਵਿੱਚ ਯੂਜ਼ ਕਰਦੇ, ATP ਫਾਰਮ ਦੇ ਵਿੱਚ। ਨੈਕਸਟ ਹੈ ਹਾਰਮੋਨ। ਹਾਰਮੋਨ ਜਿਹੜੇ ਹੈ, ਹਾਰਮੋਨ ਦਾ ਵਰਕ ਸਿਮਿਲਰ ਹੀ ਹੈ। ਜਿਸ ਟਾਈਪ ਦੇ ਅਗਰ ਸਿਮਿਲਰ ਟਾਈਪ ਦੇ ਜਿਹੜੇ ਹਾਰਮੋਨਸ ਹੈ, ਲੇਕਿਨ ਉਹ ਡਿਫਰੈਂਟ ਟਾਈਪ ਦੇ ਆਰਗੇਨਾਈਜੇਸ਼ਨ ਜਾਂ ਡਿਫਰੈਂਟ ਸਪੀਸੀਜ਼ ਦੇ ਵਿੱਚ, ਲੇਕਿਨ ਉਹਨਾਂ ਦੇ ਵਰਕ ਜਿਹੜੇ ਆ ਉਹ ਸਿਮਿਲਰ ਹੀ ਰਹਿ ਰਹੇ ਆ। ਸਿਕ੍ਰੇਟ ਇਨ ਡਿਫਰੈਂਟ ਵਰਟੇਬ੍ਰੇਟਸ ਹੈਵ ਅ ਸਿਮਿਲਰ ਕੈਮੀਕਲ ਸਟਰਕਚਰ ਐਂਡ ਫੰਕਸ਼ਨ। ਉਹਨਾਂ ਦਾ ਕੈਮੀਕਲ ਸਟਰਕਚਰ ਵੀ ਸਿਮਿਲਰ ਔਰ ਉਹਨਾਂ ਦੇ ਫੰਕਸ਼ਨ ਵੀ ਕੀ ਹੈ, ਸੇਮ।
ਹੈਰੀਡੇਟਰੀ ਮਟੀਰੀਅਲ, ਡੀਐਨਏ ਐਂਡ ਆਰਐਨਏ। ਹੈਰੀਡੇਟਰੀ ਮਟੀਰੀਅਲ ਵੀ ਸਾਰੇ ਦੇ ਸਾਰੇ ਆਰਗੇਨਿਜ਼ਮ ਦੇ ਵਿੱਚ ਸੇਮ ਹੀ ਹੈ, ਡੀਐਨਏ ਜਾਂ ਆਰਐਨਏ ਹੀ ਹੈ। ਇਸ ਤੋਂ ਇਲਾਵਾ ਕੋਈ ਹੋਰ ਲੋਅਰ ਆਰਗੇਨਾਈਜੇਸ਼ਨ ਤੋਂ ਲੈ ਕੇ ਹਾਇਰ ਆਰਗੇਨਾਈਜੇਸ਼ਨ ਤੱਕ ਕਿਸੇ ਤਰ੍ਹਾਂ ਦਾ ਹੈਰੀਡੇਟਰੀ ਮਟੀਰੀਅਲ ਚੇਂਜ ਨਹੀਂ ਹੈ। ਇੱਕ ਆਰਗੇਨਿਜ਼ਮ ਪ੍ਰੋਟੋਜ਼ੋਨਸ ਤੋਂ ਲੈ ਕੇ ਮੈਮਲਸ ਤੱਕ ਜਾਂ ਆਪਾਂ ਯੂਕੈਰੀਓਟ ਤੱਕ, ਪ੍ਰੋਕੈਰੀਓਟ ਐਂਡ ਯੂਕੈਰੀਓਟ ਦੀ ਗੱਲ ਕਰਦੇ ਤਾਂ ਉਸ ਦੇ ਵਿੱਚ ਡੀਐਨਏ ਐਂਡ ਆਰਐਨਏ ਹੀ ਹੈ ਜੋ ਹੈਰੀਡੇਟਰੀ ਮਟੀਰੀਅਲ ਨੂੰ ਕਰਾ ਰਹੇ ਹੈ। ਨੈਕਸਟ ਹੈ ਸਾਈਟੋਕ੍ਰੋਮ ਸੀ। ਸਾਈਟੋਕ੍ਰੋਮ ਸੀ ਇੱਕ ਏਦਾਂ ਦੀ ਰੈਸਪੀਰੇਟਰੀ ਪ੍ਰੋਟੀਨ ਹੈ ਜਿਹੜੀ ਕਿੱਥੇ ਹੋਏਗੀ, ਮਾਈਟੋਕੌਂਡਰੀਆ ਦੇ ਅੰਦਰ। ਮਾਈਟੋਕੌਂਡਰੀਆ ਪ੍ਰੋਕੈਰੀਓਟ ਵਿੱਚ ਐਗਜ਼ਿਸਟ ਕਰਦਾ, ਯੂਕੈਰੀਓਟ ਦੇ ਵਿੱਚ ਹੁੰਦਾ, ਲੇਕਿਨ ਇਹ ਸਾਈਟੋਕ੍ਰੋਮ ਸੀ ਇੱਕ ਰੈਸਪੀਰੇਟਰੀ ਪ੍ਰੋਟੀਨ ਹੈ ਜਿਹੜੀ ਪ੍ਰੋਕੈਰੀਓਟ ਤੋਂ ਲੈ ਕੇ ਯੂਕੈਰੀਓਟ ਆਰਗੇਨਿਜ਼ਮ ਦੇ ਵਿੱਚ ਐਗਜ਼ਿਸਟ ਕਰਦੀ ਹੈ। ਤਾਂ ਇਹ ਵੀ ਇੱਕ ਤਰ੍ਹਾਂ ਦਾ ਐਵੋਲਿਊਸ਼ਨ ਐਵੀਡੈਂਸ ਹੀ ਹੈ ਜੋ ਆਪਾਂ ਬਾਇਓਕੈਮਿਸਟਰੀ ਐਂਡ ਫਿਜ਼ੀਓਲੋਜੀ ਦੇ ਬੇਸ ਤੇ ਆਪਾਂ ਐਕਸਪਲੇਨ ਕਰ ਪਾ ਰਹੇ ਹਾਂ। ਸਾਈਟੋਕ੍ਰੋਮ ਸੀ ਕੀ ਹੈ, ਇੱਕ ਰੈਸਪੀਰੇਟਰੀ ਪ੍ਰੋਟੀਨ ਹੈ ਜਿਹੜੀ ਯੂਕੈਰੀਓਟ ਤੇ ਪ੍ਰੋਕੈਰੀਓਟ ਦੋਨੋਂ ਦੇ ਵਿੱਚ ਦੇਖਣ ਨੂੰ ਮਿਲਦੀ ਹੈ। ਔਰ ਪ੍ਰੈਜ਼ੈਂਟ ਕਿੱਥੇ ਹੁੰਦੀ ਸਾਈਟੋਕ੍ਰੋਮ ਸੀ, ਮਾਈਟੋਕੌਂਡਰੀਆ ਦੇ ਅੰਦਰ। ਤਾਂ ਮਾਈਟੋਕੌਂਡਰੀਆ ਦੇ ਅੰਦਰ ਕੀ ਹੋਣੀ ਹੈ, ਰੈਸਪੀਰੇਸ਼ਨ ਹੋਣੀ ਹੈ। ਕਿਸੇ ਵੀ ਟਾਈਪ ਦਾ ਆਰਗੇਨਿਜ਼ਮ ਆ ਉਹਦੀ ਜਿਹੜੀ ਰੈਸਪੀਰੇਸ਼ਨ ਉਹ ਕਿੱਥੇ ਹੋਏਗੀ, ਮਾਈਟੋਕੌਂਡਰੀਆ ਦੇ ਅੰਦਰ ਹੋਏਗੀ। ਤੇ ਕੌਣ ਕਰਾਏਗਾ, ਸਾਈਟੋਕ੍ਰੋਮ ਸੀ। ਅੱਜ ਦੀ ਕਲਾਸ 'ਚ ਇੰਨਾ ਹੀ। ਨੈਕਸਟ ਆਪਾਂ ਸਟਾਰਟ ਕਰਾਂਗੇ ਐਵੀਡੈਂਸਸ ਫਰੋਮ ਬਾਇਓ ਜਿਓਗ੍ਰਾਫਿਕਲ ਡਿਸਟ੍ਰੀਬਿਊਸ਼ਨ। ਥੈਂਕ ਯੂ।